सिरसा स्पॉटलाइट पर आपका स्वागत करते हैं। आपको लगातार हम दिखा रहे हैं सिरसा के वार्ड नंबर 29 का रन। ये रन इस तरह का रन बन गया है, एक छोटा सा केवल एक वार्ड का इलेक्शन है, लेकिन इस चुनाव में बहुत बड़े बड़े नेता आ गए हैं, बहुत बड़ी भूमिका वो अपनी अदा कर रहे हैं और एक तरह से प्रतिष्ठा का सवाल बन गया है वार्ड नंबर 29 का चुनाव। इस समय हम खड़े हैं, यहाँ पर एक उम्मीदवार हैं सुषमा मल्होत्रा, उनके कार्यालय के बाहर, और ये उनका कार्यालय है जो मैं आपको दिखा रहा हूँ। इस कार्यालय में सभी गतिविधियाँ यहीं से इनके चुनाव की हो रही हैं। और सुषमा मल्होत्रा जो राजेंद्र मल्होत्रा उर्फ टिंडी, उनकी धर्मपत्नी है। राजेंद्र मल्होत्रा लगातार पार्षद रहे हैं, उन्होंने कई बार प्रतिनिधित्व अपने वार्ड का किया है। हालांकि वो 7 वाला वार्ड है, 30 नंबर वार्ड है, और जब से वो रिजर्व हुआ है तब से राजेंद्र मल्होत्रा और उनकी धर्मपत्नी यहाँ से लड़ते हैं 30 नंबर वार्ड से, और इस वार्ड से वो इस बार भी 29 नंबर वार्ड से चुनाव लड़ रहे हैं। और यहाँ पर तमाम लोग मौजूद हैं, उम्मीदवार भी मौजूद हैं उनके कार्यालय में। आइए आपकी बात करवाते हैं और वो क्या कहना चाहते हैं इस चुनाव के बारे में, मुद्दे क्या है, मसले क्या हैं इस वार्ड के, तमाम बातें उनके साथ साझी करते हैं। ਤੁਸੀਂ ਪਹਿਲਾਂ ਵੀ ਇੱਥੇ ਇਲੈਕਸ਼ਨ ਲੜਿਆ ਵਾਰਡ ਨੰਬਰ 29 ਤੋਂ, ਪਿਛਲੀ ਵਾਰੀ ਤੇ ਇਸ ਵਾਰੀ ਕੀ ਫਰਕ ਸਮਝਦੇ ਹੋ? ਇਲੈਕਸ਼ਨ 'ਚ ਕੀ ਫਰਕ ਲੱਗਦਾ ਤੁਹਾਨੂੰ? पहले नालों अच्छा ही रिस्पॉन्स मिल रहा, पिछली बार भी मिलिया सी, लेकिन थोड़ा जिहा फर्क रह गया 50-60 वोटां ਦਾ। ਜਿੱਤ ਸਾਡੀ ਪੱਕੀ ਹੈ। ਤੁਸੀਂ ਪਹਿਲਾਂ ਵੀ ਟਿੰਡੀ ਜੀ, ਰਾਜਿੰਦਰ ਮਲਹੋਤਰਾ ਜੀ ਪਹਿਲੇ ਵੀ ਪਾਰਸ਼ਦ ਰਹੇ, ਵਾਰਡ ਨੰਬਰ 30 ਤੋਂ ਤੁਸੀਂ ਇਲੈਕਸ਼ਨ ਲੜਦੇ ਸੀ, 2 ਵਾਰ ਲਗਾਤਾਰ ਰਹੇ। ਤੁਸੀਂ ਕੀ ਸਮਝਦੇ ਹੋ, ਕਿਸ ਤਰ੍ਹਾਂ ਦਾ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਇਸ ਵਾਰਡ ਵਿੱਚ? ਇੱਕ ਤਰ੍ਹਾਂ ਜੇ ਇਸ ਵਾਰੀ ਤੁਹਾਨੂੰ ਮੌਕਾ ਮਿਲਦਾ, ਤੁਸੀਂ ਕੀ ਕਰੋਗੇ ਇਸ ਵਾਰਡ ਵਾਸਤੇ? ਇਸ ਵਾਰ ਸਾਨੂੰ ਮੌਕਾ ਮਿਲੇਗਾ ਤਾਂ ਅਸੀਂ ਪੂਰੀ ਸੇਵਾ ਦੇਵਾਂਗੇ ਸਾਰੇ, ਜਿਸ ਟਾਈਮ ਵੀ, ਚਾਹੇ ਅੱਧੀ ਰਾਤ ਨੂੰ ਆ ਕੇ ਸਾਡੇ ਕੋਲ ਕੋਈ ਜ਼ਰੂਰਤ ਪਏਗੀ ਕਿਸੇ ਨੂੰ, ਪੂਰੀ ਸੇਵਾ ਦੇਵਾਂਗੇ। ਔਰ ਸਫਾਈ ਦਾ, ਪੈਨਸ਼ਨਾਂ ਦਾ, ਹੋਰ ਸੜਕਾਂ ਦਾ ਜੋ ਵੀ ਬਣ ਪਾਏਗਾ ਵੱਧ ਤੋਂ ਵੱਧ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਵਾਰਡ ਵਿੱਚ ਕਾਫੀ ਲੋਕ ਇਸ ਤਰ੍ਹਾਂ ਦੇ ਜਿਹੜੇ ਮਿਹਨਤ ਮੁਸ਼ੱਕਤ ਕਰਨ ਵਾਲੇ ਆ, ਮਜ਼ਦੂਰ ਤਬਕਾ ਹੈ, ਉਹ ਜ਼ਿਆਦਾ ਪੜ੍ਹੇ ਲਿਖੇ ਵੀ ਨਹੀਂ, ਉਹਨਾਂ ਨੂੰ ਜ਼ਰੂਰਤਾਂ ਪੈਂਦੀਆਂ, ਪੈਨਸ਼ਨ ਦੀ ਜਿਸ ਤਰ੍ਹਾਂ ਉਹਨਾਂ ਨੂੰ ਸਮੱਸਿਆ ਆਉਂਦੀ ਹੈ ਜਾਂ ਰਾਸ਼ਨ ਦੀ ਵੀ ਦਿੱਕਤ ਆਉਂਦੀ ਹੈ, ਉਹ ਮਤਲਬ ਪਾਰਸ਼ਦ 'ਤੇ ਸਾਰਾ ਕੰਮ ਛੱਡ ਦਿੰਦੇ, MC 'ਤੇ ਛੱਡ ਦਿੰਦੇ ਆ। ਉਹਨਾਂ ਦਾ ਤੁਸੀਂ ਮਸਲਾ ਕਿਵੇਂ ਹੱਲ ਕਰ ਪਾਓਗੇ, ਕਿੰਨਾ ਕਰ ਪਾਓਗੇ? ਉਹਨਾਂ ਦਾ ਮਸਲਾ ਅਸੀਂ ਆਪਣੇ ਵੱਲੋਂ ਪੂਰੀ ਮਿਹਨਤ ਕਰਾਂਗੇ ਔਰ ਪੂਰਾ ਉਹਨਾਂ ਦਾ ਹੱਲ ਕਰਾਂਗੇ। ਉਹਨਾਂ ਦੇ ਰਾਸ਼ਨ ਕਾਰਡ ਬਣਵਾਵਾਂਗੇ ਔਰ ਉਹਨਾਂ ਦੇ ਪੈਨਸ਼ਨਾਂ ਬਣਵਾਵਾਂਗੇ, ਘਰ ਬੈਠਿਆਂ ਨੂੰ ਪੂਰੀ ਸੇਵਾ ਮਿਲੇਗੀ। ਜਿਸ ਤਰ੍ਹਾਂ A ਬਲੋਕ ਦੇ ਕੁਝ ਪਾਰਕ ਬਣੇ ਹੋਏ ਆ, ਪਰ ਪਾਰਕਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਔਰ ਲੋਕਾਂ ਦੀ ਲਗਾਤਾਰ ਸ਼ਿਕਾਇਤ ਆਉਂਦੀ ਹੈ ਕਿ ਇਹਨਾਂ ਨੂੰ ਕੋਈ ਸੰਭਾਲਣ ਵਾਲਾ ਨਹੀਂ। ਉਹਦੇ 'ਚ ਕੀ ਕਰ ਸਕਦੇ ਹੋ? ਤੁਹਾਡੇ ਵੱਲੋਂ ਕੀ ਕੋਸ਼ਿਸ਼ ਹੋਏਗੀ? ਸਾਡੇ ਵੱਲੋਂ ਕੋਸ਼ਿਸ਼, ਅਸੀਂ ਉਹਨਾਂ ਨੂੰ ਸੁਧਾਰ ਕਰਾਂਗੇ। ਉਹਨਾਂ ਦਾ ਚਾਹੇ ਅਸੀਂ ਚੰਦਾ ਇਕੱਠਾ ਕਰੀਏ, ਚਾਹੇ ਅਸੀਂ ਸਰਕਾਰ ਤੋਂ ਲਈਏ, ਜਿਵੇਂ ਵੀ ਕਰੀਏ ਸੁਧਾਰ ਜ਼ਰੂਰ ਹੋਏਗਾ ਜੀ। ਤੁਹਾਡਾ ਕੀ ਵਿਚਾਰ ਹੈ ਇਸ ਇਲੈਕਸ਼ਨ ਬਾਰੇ? ਪਿਛਲਾ ਇਲੈਕਸ਼ਨ ਵੀ ਤੁਸੀਂ ਦੇਖਿਆ, ਇਸ ਵਾਰੀ ਵੀ ਦੇਖ ਰਹੇ ਹੋ, ਹਾਂਜੀ। ਤੁਹਾਨੂੰ ਅੰਤਰ ਕੀ ਲੱਗਦਾ ਔਰ ਕੀ ਲੱਗਦਾ ਇਸ ਵਾਰੀ ਮਲਹੋਤਰਾ ਜੀ ਦੀ ਕੀ ਪੋਜੀਸ਼ਨ ਰਹੇਗੀ? ਪਿਛਲੀ ਵਾਰ ਦੀ ਜਿਹੜਾ ਉਹਨਾਂ ਨੇ MC ਚੁਣਿਆ ਸੀ, ਉਹਨਾਂ ਦੀ ਅਸੀਂ ਜਦੋਂ ਲੋਕਾਂ ਨੂੰ ਮਿਲੇ ਹਾਂ, ਉਹ ਕਹਿੰਦੇ ਸਾਨੂੰ ਬੜਾ ਪਛਤਾਵਾ ਹੈਗਾ ਕਿ ਅਸੀਂ ਟਿੰਡੀ ਦੀ ਮਿਸਿਸ ਨੂੰ ਵੋਟ ਨਹੀਂ ਦਿੱਤੇ। ਕਿਉਂ? ਕਿਸੇ ਦੇ ਰਾਸ਼ਨ ਕਾਰਡ ਨਹੀਂ ਬਣੇ ਹੋਏ, ਕਿਸੇ ਦੀ ਪੈਨਸ਼ਨ ਨਹੀਂ ਬਣੀ ਹੋਈ, ਹਾਲਾਂਕਿ ਉਹ ਐਂਟਾਈਟਲਡ ਨੇ, ਲੇਕਿਨ ਫਿਰ ਵੀ ਉਹਨਾਂ ਦੀ ਪੈਨਸ਼ਨ ਨਹੀਂ ਬਣੀ। ਅਸੀਂ ਕਿਹਾ ਕੋਈ ਗੱਲ ਨਹੀਂ, ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ, ਫਿਰ ਦੇਖਣਾ ਕਿ ਅਸੀਂ ਕੀ ਕਰਦੇ ਹਾਂ। ਦੇਖੋ ਅੱਜ ਨਿਸ਼ਕਾਮ ਸੇਵਾ ਹੈਗੀ ਹੈ। ਟਿੰਡੀ ਰਾਜਿੰਦਰ ਮੇਰਾ ਛੋਟਾ ਭਾਈ ਹੈ ਜੀ, ਔਰ 2 ਵਾਰੀ ਸੁਸ਼ਮਾ ਮਲਹੋਤਰਾ, 1 ਵਾਰੀ ਰਾਜਿੰਦਰ ਮਲਹੋਤਰਾ, 3 ਵਾਰੀ ਵਾਰਡ ਨੰਬਰ 30 ਚੋਂ ਉਹ MC ਰਹੇ ਨੇ ਜੀ। ਤੇ ਉੱਥੋਂ ਦੇ ਲੋਕਾਂ ਨੂੰ ਭਲੀ ਭਾਂਤੀ ਪਤਾ ਹੈਗਾ ਕਿ ਉਹ ਕਿੰਨੀ ਸੇਵਾ ਕਰਦਾ ਹੈ ਤੇ ਕਦੋਂ ਬੁਲਾਉਣ ਤੇ ਕਦੋਂ ਪਹੁੰਚਦਾ ਉਹ। ਇਹ ਤੁਹਾਨੂੰ ਵੀ ਪਤਾ ਲੱਗ ਜਾਏਗਾ, ਇਸ ਵਾਰਡ ਵਾਲਿਆਂ ਨੂੰ ਪਤਾ ਲੱਗ ਜਾਏਗਾ। ਇੱਕ ਵਾਰੀ ਸੇਵਾ ਦਾ ਮੌਕਾ ਉਹਨੂੰ ਜ਼ਰੂਰ ਦਿਓ, ਦੇ ਕੇ ਦੇਖੋ। 6 ਮਹੀਨੇ 8 ਮਹੀਨੇ ਵਾਸਤੇ ਹੈਗਾ, ਅਗਲਾ ਚੁਣਾਵ ਫਿਰ ਆਏਗਾ। ਤੁਸੀਂ ਇੱਕ ਵਾਰੀ ਮੌਕਾ ਦੇ ਕੇ ਦੇਖੋ, ਦੂਜੀ ਵਾਰੀ ਤੁਸੀਂ ਆਪੇ ਉਹਨਾਂ ਨੂੰ घरों बुला के लाओगे। साडा ये दावा है। हमारे साथ मल्होत्रा जी की बिटिया है, अनु है, उनसे भी बात करते हैं। बेटा, पहला तो ये कि तुसी जड़ा देखते हो तुहाडे पापा लगातार काम कर रहे हैं, वार्ड विच काम करते हैं, तुहानू तो मुश्किल हुंदी होएगी, टाइम थोड़ा घट मिलता होएगा ना? नहीं, टाइम तो घट मिलता है, लेकिन जो लोगों ने पापा नू चुनिया है तो उन्होंने भी टाइम देना जरूरी है। तो बाकी पापा ने आज तक तो जो असीं देखते आ रहे इन्ने सालों च, छोटे जे सी, ਹੁਣ तक ਅਸੀਂ ਆਈ ਵੇਖ ਰਹੇ ਹਾਂ ਕਿ ਪਾਪਾ ਲੋਕਾਂ ਦੀ ਪੂਰੀ ਸੇਵਾ ਕਰ ਰਹੇ ਹੈ। ਕੋਈ ਰਾਤੀ ਘਰੋਂ ਬੁਲਾਉਣ ਆਉਂਦਾ ਹੈ, ਪਾਪਾ ਉਸੇ ਟਾਈਮ ਨਿਕਲ ਪੈਂਦੇ ਹੈ। ਕੋਈ ਪੈਨਸ਼ਨ ਹੈ ਕਿਸੇ ਦੀ ਜਾਂ ਕਿਸੇ ਦਾ ਆਪਣਾ ਡੈਥ ਸਰਟੀਫਿਕੇਟਸ ਹੈ, ਕਿਸੇ ਘਰੇ ਡੈਥ ਹੁੰਦੀ ਹੈ, 10-10 ਕਾਪੀਆਂ ਸਾਡੇ ਹੱਥੋਂ ਹੀ ਨਿਕਲਦੀਆਂ ਵੀ ਆ ਸਾਈਨ ਹੋ ਚੁੱਕੇ हैं, ਲੈ जाओ।
ਤੇ ਬਾਕੀ ਕੰਮ ਪੂਰਾ ਹੈ। ਅੱਧੀ ਰਾਤੀ ਕਿਸੇ ਨੂੰ ਜ਼ਰੂਰਤ ਪਏ ਸਾਡੇ ਘਰੇ ਆ ਸਕਦਾ ਹੈ, ਖੁੱਲੇ ਨੇ ਦਰਬਾਰ, ਕੋਈ ਦਿੱਕਤ ਦੀ ਗੱਲ ਨਹੀਂ। ਅਜੀਤ ਸਿੰਘ ਜੀ, ਤੁਸੀਂ ਕੀ ਸਮਝਦੇ ਹੋ ਇਹ ਜਿਹੜਾ ਇਲੈਕਸ਼ਨ 'ਚ ਮੰਨ ਲਓ ਰਜਿੰਦਰ ਮਲਹੋਤਰਾ ਜੀ ਦੀ ਵਾਈਫ ਨੂੰ ਇਹਨਾਂ ਨੂੰ ਮੌਕਾ ਸੁਸ਼ਮਾ ਜੀ ਨੂੰ ਮਿਲ ਜਾਂਦਾ ਹੈ, ਉਸ ਤੋਂ ਬਾਅਦ ਕੀ ਸਮਝਦੇ ਹੋ ਵਾਰਡ ਨੂੰ ਕੀ ਫਾਇਦਾ ਹੋਏਗਾ? ਐਮਸੀ ਤਾਂ ਸਾਡੇ ਬਣ ਜਾਂਦੇ ਆ, ਐਮਐਲਏ ਬਣ ਜਾਂਦੇ, ਐਮਪੀ ਬਣ ਜਾਂਦੇ, ਲੋਕਾਂ ਨੂੰ ਕੀ ਮਿਲੇਗਾ? आपने कहा कि सुषमा जी अगर एमसी बन जाते हैं तो वार्ड वासियों को क्या फ़ायदा मिलेगा। मैं पक्के तौर से कह सकता हूं, मैं 4 दिनों से इस वार्ड में घूम रहा हूं, ये चुनाव वन साइडेड है। सुषमा मल्होत्रा की जीत निश्चित है। टिंडी को पूरा वार्ड ही नहीं पूरा शहर भली भांति जानता है, उन्होंने काम किया है, वो काम करने में विश्वास रखते हैं। और जहाँ तक इनके पिछले चुनाव हारने की बात है, वो उसमें कुछ हमारी भी गलती रही है। उस समय हमें गलत उम्मीदवार के पीछे लग गए थे। भारतीय जनता पार्टी की नुमाइंदा थी, जब हमने उनको जिताया, जीतने के बाद उसके बेटे को जब भी हमने कॉन्टेक्ट करना चाहा, उसके गले में तो जैसे रॉड फंस गई थी, उसका गला हिलता ही नहीं था। वो पंजाबी से कहते ना, अन्य ने पैर थले बटेर आ गया तो शिकारी बन बैठा, वो गल सी। ਅੱਜ ਉਸ ਨੂੰ ਕੋਈ ਵੀ ਨਹੀਂ ਪੁੱਛ ਰਿਹਾ। ਅੱਜ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ, ਸਾਡਾ ਚੁਣਾਵ ਇੱਕ ਤਰਫਾ ਹੈ। ਅਸੀਂ 500% ਜਿੱਤ ਕੇ ਨਿਕਲਾਂਗੇ ਤੇ ਜਨਤਾ ਦੀ ਬਾਹਰ ਦੀ ਪੂਰੀ ਸੇਵਾ ਟਿੰਡੀ ਮਲਹੋਤਰਾ परिवार सारा परिवार मिल के करूँगा। जी, आप देख सकते हैं जो सुषमा मल्होत्रा जी के साथ जो लगे हैं, जो उनके सहयोगी हैं, जो उनके कमान एक तरह से संभाल रहे हैं चुनाव की, उनमें कितना कॉन्फिडेंस है। वो कह रहे हैं कि एक तरफा चुनाव है और इस चुनाव से वो जीत कर निकलेंगे और अगले 6-7 महीने बाद जब मल्होत्रा जी अपना काम कर लेंगे, ये परिवार सारा वार्ड के लिए काम कर लेगा, अगले चुनाव में लोग अपने आप उनको चुनने के लिए बाध्य हो जाएंगे। इस तरह का उनका कहना है। आप जुड़े रहिए हमारे साथ सिरसा स्पॉटलाइट पर। कैमरा पर्सन दीपक सोनी के साथ मैं यहाँ से रिपोर्ट कर रहा हूँ और आपको लगातार दिखा रहे हैं कि वार्ड नंबर 29 के इस रण में, इस उपचुनाव में क्या हो रहा है।